परम सत्कारयोग सतगुरां दी सजी और नवाजी हुई साध संगत जीओ। आप माई भाई तन ते योग हों काफ़ी समय तो गुरमुख प्यारिਆਂ ਦੇ पासों रब्बी गुरबाणी दे जाप सरवण करदे आ रहे सी। आओ हुण आपां रल मिल के कुछ समय वास्ते गुरबाणी दी विचार दे नाल जुड़ीए। तुरकी बाणी आई तिन सगली चिंत मिटाई, दयाल पुरख मेहरबाना हर नानक सच बखाना दे महावाक अनुसार गुरबाणी दी विचार करिए। गौड़ी राग दे विच पंचम पातशाह गुरु अर्जन देव महाराज जी फरमान करते ने, गौड़ी महला पंजवा श्लोक पतत असंख पनीत कर पुनः पुनः बलिहार। नानक राम नाम जप पाप को तिन किल बिख दाहन हार। संत गुरु अर्जन देव महाराज जी फरमान करते ने, महाराज जी कहते अणगिणत पापियां नूं तू पवित्र करदा है। हे साहिब तेरे उत्तों मैं मुड़ मुड़ के कुर्बान जांदा हां। नानक स्वामी दे नाम दे सिमरन दी अग पापां दे फूस नूं साड़न वाली है। जप मन तू राम नाम नारायण गोबिंद हर माधो। ध्याए मना मुरार मुकंदी कटिए काल दुख फाथो। मेरी जिंदड़ीए तू सर्व व्यापक वाहिगुरु स्वामी दा सिमरन कर। ओ वाहिगुरु परमेश्वर दे नाम दा सिमरन कर जो आलम दा रखियक अते माया दा पति है। ध्याए मना मुरार मुकंदे कटिए काल दुख फाथो। हे मेरी जिंदड़ीए तू हंकार दे बैरी अते मोकस देनहार स्वामी दा आराधन कर जो दुखदाई मौत दी फाही नूं कट दिंदा है। नाम दा किसे नाल विरोध नहीं है, एक चीज दे नाल विरोध है। वो किहड़ी चीज आ? वो है हंकार। हंकार है, नाम दा हंकार दे नाल विरोध है। नाम हंकार एक थां नहीं बस सकते। जे हंकार है तो नाम नहीं है, जे नाम है तो हंकार नहीं है। तो गुरमुख प्यारिओ इन्हां दा दोनां दा आपस दे विच बड़ा बैर है। नामे नाल विरोध है, दोए ना बसे एक थाए। दोने एक थां नहीं बसते। मन लो गल, जे बंदे अंदर हंकार है तो नाम नहीं है। जे नाम है तो समझ लो फिर हंकार नहीं, हंकार खत्म
ਤੇ ਨਿਰਮਾਨਤਾ ਹੋਗੀ, ਨਿਮਰਤਾ ਹੋਗੀ। ਇਹ ਨਿਸ਼ਾਨੀ ਹੈ ਇੱਕ। ਜਿੱਥੇ ਹੰਕਾਰ ਹੈ ਉੱਥੇ ਨਾਮ ਨਹੀਂ, ਜਿੱਥੇ ਨਾਮ ਹੈ ਉੱਥੇ ਹੰਕਾਰ ਨਹੀਂ। ਹੰਕਾਰ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਹੈ। ਹੰਕਾਰ ਬੰਦੇ ਨੂੰ ਆਪਣੀ ਮਾਇਆ ਦਾ ਹੋ ਸਕਦਾ ਹੈ, ਇਹ ਮੇਰੇ ਕੋਲ ਬੜੀ ਮਾਇਆ ਹੈ, ਮੇਰੇ ਵਰਗਾ ਨਹੀਂ ਕੋਈ ਹੈ। ਹੰਕਾਰ ਕਿਸੇ ਨੂੰ ਜ਼ਮੀਨ ਜਾਇਦਾਦ ਦਾ ਵੀ ਹੋ ਸਕਦਾ ਹੈ। ਹੰਕਾਰ ਕੋਠੀਆਂ, ਮਹਿਲ, ਮਾੜੀਆਂ, ਗੱਡੀਆਂ, ਮੋਟਰਸਾਈਕਲ, ਇਹਨਾਂ ਦਾ ਵੀ ਹੋ ਜਾਂਦਾ ਹੈ। ਹੰਕਾਰ ਆਪਣੇ ਸਰੀਰ ਦਾ ਵੀ ਹੋ ਜਾਂਦਾ ਹੈ ਵੀ ਮੈਂ ਬੜਾ ਸੋਹਣਾ, ਬੜਾ ਲੰਮਾ ਲੰਜਾ। ਹੰਕਾਰ ਗੁਰਮੁਖ ਪਿਆਰਿਓ ਆਪਣੇ ਗੁਣਾਂ ਦਾ ਵੀ ਹੋ ਜਾਂਦਾ ਵੀ ਮੈਂ ਬੜੀ ਵਧੀਆ ਕਥਾ ਕਰਦਾ, ਬਈ ਮੇਰੇ ਵਰਗਾ ਨਹੀਂ ਕੋਈ ਹੈ। ਮੈਂ ਬੜਾ ਵਧੀਆ ਪਾਠ ਕਰਦਾ, ਮੇਰੇ ਵਰਗਾ ਨਹੀਂ ਕੋਈ ਹੈ। ਹੰਕਾਰ ਕਿਸੇ ਵੀ ਚੀਜ਼ ਦਾ ਹੋ ਜਾਂਦਾ ਹੈ, ਲੇਕਿਨ ਹੰਕਾਰ ਮਾੜਾ ਹੈ। ਜਿੱਥੇ ਹੰਕਾਰ ਹੈ ਉੱਥੇ ਫਿਰ ਨਾਮ ਨਹੀਂ ਵਸਦਾ ਆ ਕੇ। ਜਿੱਥੇ ਨਾਮ ਵਸ ਗਿਆ ਤੇ ਉੱਥੇ ਹੰਕਾਰ ਨਹੀਂ। ਫਿਰ ਇਹੀ ਆਖੂ ਭਾਈ ਇਹ ਸਭ ਕੁਝ, ਸਭ ਦਾਤਾਂ ਤਾਂ ਵਾਹਿਗੁਰੂ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਨੇ, ਕਿਉਂਕਿ ਉਹ ਦੇਣ ਵਾਲੀ ਉਹੀ ਹੈ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਉਹ ਸਾਰਿਆਂ ਨੂੰ ਦੇਣ ਵਾਲਾ ਉਹੀ ਦਾਤਾ ਹੈ। ਉਹਦੇ ਘਰ ਦੇ ਵਿੱਚ ਸਭ ਕੁਝ ਹੈ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਹੈ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਉਹਦੇ ਘਰ ਦੇ ਵਿੱਚ ਸਾਰਾ ਕੁਝ ਹੈ। ਬਾਬੇ ਆਦਮ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਵੇਲੇ ਦੀ ਇਤਿਹਾਸ ਦਾ ਜ਼ਿਕਰ ਆਉਂਦਾ, ਬਾਬੇ ਆਦਮ ਦਾ, ਜਿਨ੍ਹਾਂ ਦੀ ਉਮਰ 60 ਸਾਲ ਦੀ ਲਿਖੀ ਹੋਈ ਆ। ਬਾਬੇ ਆਦਮ ਦੀ, ਬਾਬੇ ਆਦਮ ਦੇ ਘਰ ਦੇ ਵਿੱਚ ਬੜੀਆਂ ਜਗੀਰਾਂ ਜਾਇਦਾਦਾਂ ਦਾ ਮਾਲਕ ਆ, ਬੜਾ ਸਭ ਕੁਝ ਆ, ਧਨ ਦੌਲਤ ਬੜੀ ਆ, ਕੋਈ ਚੀਜ਼ ਦੀ ਘਾਟ ਨਹੀਂ ਹੈ। ਇੱਕ ਚੀਜ਼ ਦੀ ਘਾਟ ਆ, ਨਾ ਤਾਂ ਘਰ ਦੇ ਵਿੱਚ ਕੋਈ ਧੀ ਹੈ ਤੇ ਨਾ ਕੋਈ ਪੁੱਤਰ ਹੈ। ਨਾ ਕੋਈ ਧੀ ਹੈ ਤੇ ਨਾ ਕੋਈ ਪੁੱਤਰ ਹੈ। ਤਾਂ ਗੁਰਮੁਖ ਪਿਆਰਿਓ ਬੜਾ ਉਦਾਸ ਰਹਿੰਦਾ ਹੈ। ਜ਼ਮੀਨ ਜਾਇਦਾਦ ਜਗੀਰ ਬੜੀ ਆ, ਪਰ ਸਾਂਭਣ ਵਾਲਾ ਨਹੀਂ ਕੋਈ ਹੈ। ਬੜਾ ਉਦਾਸ ਰਹਿੰਦਾ ਹੈ। ਤਾਂ ਗੁਰਮੁਖ ਪਿਆਰਿਓ ਬੜੇ ਈਰ ਫਕੀਰ ਥਾਂ ਥਾਂ ਤੇ, ਬੜੇ ਥਾਂ ਥਾਂ ਤੇ ਜਾ ਕੇ ਦੇਖਿਆ, ਪਰ ਕਿਤੋਂ ਵੀ ਖੈਰ ਨਹੀਂ ਪਈ। ਜਿੱਥੋਂ ਖੈਰ ਪੈਣੀ ਸੀ ਉੱਥੇ ਗਈ ਨਹੀਂ। ਆਖੋ ਸਤਿਨਾਮ, ਉੱਥੇ ਗਈ ਨਹੀਂ ਹੈ। ਤਾਂ ਗੁਰਮੁਖ ਪਿਆਰਿਓ ਜਿੱਥੇ ਸਾਨੂੰ ਕੁਝ ਮਿਲਦਾ ਹੈ ਉੱਥੇ ਅਸੀਂ ਜਾਂਦੇ ਨਹੀਂ ਹਾਂ। ਜਿੱਥੇ ਸਾਨੂੰ ਕੁਝ ਮਿਲਣਾ ਨਹੀਂ ਹੈ ਉਧਰ ਨੂੰ ਅਸੀਂ ਬੜੇ ਫਿਰ ਭੱਜੇ ਜਾਂਦੇ ਹਾਂ। ਇਹ ਸੰਸਾਰ ਦੀ ਰੀਤ ਹੈ। ਕਾਰਨ ਕੀ? ਕਾਰਨ ਇਹ ਆ ਕਿ ਸਾਨੂੰ ਗਿਆਨ ਨਹੀਂ ਹੈ। ਗਿਆਨ ਨਹੀਂ ਹੈ। ਗਿਆਨ ਤੋਂ ਬਿਨਾਂ ਤਾਂ ਗੱਲ ਨਹੀਂ ਬਣਦੀ। ਗਿਆਨ ਕਿੱਥੋਂ ਮਿਲੋ? ਗੁਰੂ ਬਿਨ ਗਿਆਨ ਨਾ ਹੋਈ। ਗੁਰੂ ਕੌਣ ਆ ਸਾਡਾ? ਗੁਰਬਾਣੀ, ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇਹਨਾਂ ਦੇ ਕੋਲ ਅਸੀਂ ਆਉਂਦੇ ਨਹੀਂ ਹਾਂ। ਇਹਨਾਂ ਤੋਂ 100 ਕੋਹਾਂ ਦੂਰ ਰਹਿੰਦੇ ਆ। ਇਸ ਕਰਕੇ ਗਿਆਨ ਦੀ ਪ੍ਰਾਪਤੀ ਫਿਰ ਕਿੱਥੋਂ ਹੋਣੀ ਆ? ਤਾਂ ਗੁਰਮੁਖ ਪਿਆਰਿਓ ਬਾਬਾ ਆਦਮ ਬੜੇ ਥਾਂ ਥਾਂ ਤੇ ਫਿਰ ਤੁਰ ਕੇ, ਸਭ ਥਾਵਾਂ ਤੋਂ ਭਟਕ ਕੇ ਬੜਾ ਉਦਾਸ ਬੈਠਾ ਹੈ। ਗੁਰਸਿੱਖ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦਾ ਸੇਵਕ ਅੰਮ੍ਰਿਤਸਰ ਨੂੰ ਜਾ ਰਿਹਾ ਸੀ। ਉਸੇ ਰਸਤੇ ਦੇ ਉੱਪਰ ਬਾਬੇ ਆਦਮ ਦਾ ਘਰ। ਬਾਬੇ ਆਦਮ ਦੇ ਚਿਹਰੇ ਵੱਲ ਦੇਖ ਕੇ ਉਹ ਗੁਰਸਿੱਖ ਨੇ ਕਹਿਣਾ ਕੀਤਾ, ਕਹਿੰਦੇ ਬਾਬਾ ਜੀ, ਬਾਬਾ ਉਹਨੂੰ ਇਸ ਕਰਕੇ ਕਹਿੰਦੇ ਸੀ, ਉਮਰ ਉਹਦੀ 60 ਸਾਲ ਦੀ ਸੀ। ਬਾਬਾ ਜੀ, ਬਾਬਾ ਆਦਮ ਜੀ, ਕੀ ਗੱਲ ਤੁਸੀਂ ਬੜੇ ਨਿਰਾਸ਼ ਜਾਪਦੇ ਹੋ?
की कारण हो गया, की गल आ? कहते गुरसिखा आ जा घर दे विच अंदर आ जा, अंदर बहने आ। अंदर बैठे वो गुरसिख ने नज़र मारी आले दुआले घर दे अंदर। कहते बाबा जी की गल, तुहाडे घर दे विच कोई बेटा बेटी नज़र नहीं आते, कोई पोता पोती नज़र नहीं आते। बाबा आदम उस समय रोन लग पिया। आखो सतनाम। उस समय रोन लग पिया। तां गुरमुख प्यारिओ कहते गुरसिखा की दसां, जमीन जायदाद धन दौलत चढ़त बड़िया, पर घर दे विच पुत्र नहीं है। कहते जी तुसी कोई उपराला नहीं कीता? कहते बड़े उपराले कीते ने, बड़े थां थां ते जाके देखिया, बड़े ईर फकीर मनाए, पर कितों गल नहीं बनी है। गुरसिख कहन लगा, कहते बाबा जी तुसी अमृतसर चौथे पातशाह गुरु रामदास महाराज जी दे दर ते गए हो, उन्हां दे चरनां विच गए हो? कहते ना गुरसिखा, उत्थे नहीं असीं गए, उत्थे असीं नहीं गए। गुरसिख ने कहना कीता तुसी उत्थे जाओ, जाके गुरु रामदास महाराज जी दे चरनां दे विच बेनती करो। उन्हां दे घर दे विच सब कुछ है, वो अकाल पुरख रूप हन। वो दर ऐसा है जिहड़ा रोंदा जांदा ते वो दर तो हसदा आउंदा है। खाली झोली लैके जांदा ते झोली दातां दे नाल भर के लैके आउंदा है। आखो सतनाम। सारे आखो धन गुरु रामदास महाराज जी, धन गुरु रामदास महाराज जी। तां गुरमुख प्यारिओ बाबा आदम और गुरसिख की गल मन के दूसरे दिन दरबार साहब गया। तां गुरमुख प्यारिओ जदों दरबार साहब गया, चौथे पातशाह गुरु रामदास महाराज जी अपने आसन के उत्ते बैठे ने, विराजमान ने। संगतां नमस्कार करके माइयां माइयां वाले पासे बैठदियां ने, भाई भाइयां वाले पासे बैठते ने। जिवें तुसीं हुण सतगुरु नमस्कार करके माइयां माइयां वाले पासे बैठ रहे हो ते भाई भाइयां वाले पासे बैठ रहे हो। इस तरह जिवें गुरु ग्रंथ साहिब महाराज जी अपने तख्तां ते आसनां ते विराजमान ने, इस तरह गुरु रामदास महाराज जी अपने आसनां दे उत्ते विराजमान ने। तां हुण लैण दे विच लग्या होया बाबा आदम, सारे नमस्कार कीती। बाबे आदम दी वारी आई जदों नमस्कार करन दी, इन्हें नमस्कार कर दिती गुरु रामदास महाराज जी ने। हुण मन दे विच सोचदा भी बड़ी संगत बैठी आ, हुण इत्थे की बेनती करिए, की कहिए गुरु रामदास महाराज नूं? महाराज जी पुत्र दी दात बख्श दिओ। जे बेनती करांगा लोकी सुन के की कहणगे भी हुण 60 साल की उम्र हो गई, सिवियां दे विच जाण वाला है ते पुत्र दी दात मंगदा है। ये गल नूं लैके शर्मा गया, संग गया, बेनती ना कर सकिया। तां गुरमुख प्यारिओ जदों बेनती ना कर सकिया तां अपने घर नूं चले गया। फिर बड़ा उदास है। वो तीसरे दिन फिर गुरसिख मिलिया। बाबा आदम उसी तरह फिर चिरा उदास है। कहने लगे बाबा जी अज फिर तुसी बैठे उदास नजर आ रहे हो, कारण की आ? तुसी गुरु जी नूं बेनती नहीं कीती? कहंदे गुरसिखा की दसां, संगत बड़ी सी, माई भाई बड़े सी, मेरे तो बेनती नहीं की गई। मैं शर्मा गया
कि लोकी की आखणगे भी 60 साल दा है ते हुण पुत्र मंगदा है, मित्तो बेनती नहीं कीती जा रही। गुरसिख ने कहना किता, बाबा आदम जी जे तुसी बेनती नहीं ना कर सकते फिर इंज करो। कहंदे जी की? कहंदे तुसी गुरु घर दी सेवा करो, गुरु घर दी सेवा करो। सेवा दे उपरों खुश होके सतगुरु जी तुहाडे ते मेहर कर देणगे। आखो सतनाम। तुसी सेवा करो, तुहाडी सेवा तो खुश होके तुहाडे मन दी इच्छा भावना पूरी कर देणगे। इच्छा पूरक सर्व सुख दाता हर, जाकै बस है काम तेना। अंतरजामी सतगुरु जी तुहाडे मन दियां इच्छा भावना पूरियां कर देणगे। ले हुण जे शंका करन वाला बंदा होवे, जिहड़े शंकावान ने भी आए किवें इच्छा पूरियां हो जाणगीਆਂ जी, आए किवें हो जाऊगा जी, ਉਹ किवें हो जू, शंका करना करी चलो जिन्ना मर्जी। गुरु घर दे गुरु ते गुरु इतिहास ते शंका नहीं चलदा। इत्थे तां गुरमुख प्यारिओ सरदा सरदा भावना दे नाल, सरदा ते भावना दे नाल ही सब कुछ प्राप्त हो जाता है। आखो सतनाम। किन्ने भगत प्यारे होए ने, उन्होंने सारिਆਂ ने सरदे रखी है, प्रेम किया। कलंगीधर पातशाह गुरु गोबिंद सिंह महाराज जी आप खुद कहते ने, जिन प्रेम कियो तिन ही प्रभ पायो। जिन्हों ने काल पुरख वाहिगुरु परमेश्वर दे नाल प्रेम किया, उहदा सिमरन किया, भजन की, बंदगी की, उन्होंने परमेश्वर नूं पा लिया। आखो सतनाम। जिन्ना पाया तिन्ना सपाया। वो फिर रौला नहीं पाउंदे, वो दसदे नहीं, वो अपने अंदर ही सपा लेंदे ने। हुण अपने घरां दे विच मन लो गल, दुनियावी तौर ते लखां रुपये घर दे विच पए ने, पाउंदा कोई रौला भी मेरे कोल लखां रुपये ने, बई मेरे कोल करोड़ां रुपये ने, कोई नीले रौला पाउंदा है। इस करके कुछ ऐसियां चीज़ां हुंदियां ने जिहड़ियां छुपा के रखणियां पैंदियां ने। आखो सतनाम। पर उन्होंने देख के पता जरूर लग जाता, जिहड़ा कोई चंगी माया वधिया, उन्होंने देख के पता लग जी भी बंदा माया धारी आ। जिहड़े गुरसिख ने, साधु संत ने, उन्होंने भी देख के पता लग जाता। उन्हों दी विचारां तो गल्लां बातां दी पता लगता, बंदे दा पता लग जाता भी ये परमेश्वर दे विच भेद होए होए ने। आखो सतनाम। इस करके गुरमुख प्यारिओ, ਉਹ ਵਾਹਿਗੁਰੂ परमेश्वर सबना दियां मन दियां भावना इच्छा पूरियां करता है। इच्छा कदों पूरियां होणगियां? हुण अजे तां अपने सारे मन दे विच इच्छा ने भी किते 5-4 किले जमीन दी लै लईए, कोई वड्डी सारी गड्डी लै लईए। इच्छा बड़ियां ने मनां दे विच, दुनिया दे विच, पर हुंदियां ने किते पूरियां। कारण की आ? जो इच्छा पूरियां करन वाला है उन्होंने असीं जपिया नहीं। आखो सतनाम। हुण घर दे विच कोठी विच ला लो एसी, बड़े बड़े कूलर ला लो, पखे ला लो, किते चल जाणगे इकणे बिना बिजली तो। जिन्ना चिर बिजली घर दे विच नहीं आंदी ना, उन्ना चिर ना एसी चलने, ना पखे चलने, ना फ्रिज चलने, ना बल्ब चलने ने। हनेरा ही हनेरा हो रहू। आखो सतनाम। इस तरह जिन्ना चिर असीं वाहिगुरू परमेश्वर दा नाम नहीं ना जपदे, बंदगी नहीं ना जपदे, पंचम पातशाह गुरु अर्जन देव महाराज जी दसदे ने भी नाम जपना किवें आ। महाराज जी कहंदे अंतर गुर आराधना, अपने अंदर गुरु नूं आराधना। अंतर गुर आराधना, जिह्बा जप गुर नाओ, नेत्री सतगुर पीखना, सरबणी सुनना गुर नाओ। सतगुर सेती रत्या, दरगह पाइए ठाओ। कहो नानक किरपा करे, जिसनों यह बत दे। तां गुरमुख प्यारिओ, जिन्हां नूं ओ गुरु किरपा करदा, मेहर करदा है, ओ वाहिगुरू परमेश्वर मन दियां भावना पूरियां कर दिंदा, किरपा कर दिंदा है। इच्छा पूरक हो, सर्व सुख दाता,
ਜਾ ਕੇ ਬਸ ਹੈ ਕੰਮ ਤੇਨਾ। ਉਹਦੇ ਹੱਥ ਦੇ ਵਿੱਚ ਸਾਰਾ ਕੁਝ ਹੈ। ਜਿੰਨਾ ਚਿਰ ਉਹਦੀ ਮਿਹਰ ਨਹੀਂ ਹੁੰਦੀ ਨਾ, ਨਜ਼ਰ ਨਹੀਂ ਹੁੰਦੀ, ਉਨਾ ਚਿਰ ਕੁਝ ਨਹੀਂ ਬਣਦਾ। ਆਖੋ ਸਤਨਾਮ। ਇਸ ਕਰਕੇ ਉਹ ਸਭਨਾਂ ਦੇ ਮਨ ਦੀਆਂ ਭਾਵਨਾ ਪੂਰੀਆਂ ਕਰ ਦਿੰਦਾ। ਮੰਗਣ ਦੀ ਵੀ ਲੋੜ ਨਹੀਂ ਪੈਂਦੀ ਗੁਰੂ ਤੋਂ। ਉਹ ਅੰਤਰਜਾਮੀ ਆ, ਅੰਦਰ ਦੀਆਂ ਜਾਣਦਾ। ਕਿਉਂ? ਕਿਉਂਕਿ ਉਹ ਰਹਿੰਦੇ ਹੀ ਅੰਦਰ ਹੈ। ਆਖੋ ਸਤਨਾਮ। ਰਹੋ ਵਿਚਾਰ। ਹੁਣ ਬਾਬਾ ਆਦਮ ਨੂੰ ਗੁਰਸਿੱਖ ਨੇ ਕਹਿਣਾ ਕੀਤਾ, ਬਾਬਾ ਜੀ ਤੁਸੀਂ ਗੁਰੂ ਜੀ ਦੇ ਘਰ ਦੀ ਸੇਵਾ ਕਰੋ, ਸੇਵਾ ਕਰੋ, ਝਾੜੂ ਦੀ ਸੇਵਾ ਕਰੋ, ਜੋ ਵੀ ਤੁਹਾਨੂੰ ਸੇਵਾ ਠੀਕ ਲੱਗਦੀ ਆ ਉਹ ਦੇਖ ਕੇ ਸੇਵਾ ਕਰੋ। ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੇ ਤੇ ਬਖਸ਼ਿਸ਼ਾਂ ਕਰ ਦੇਣਗੇ, ਮਿਹਰਾਂ ਕਰ ਦੇਣਗੇ। ਕਹਿੰਦੇ ਜੀ ਠੀਕ ਆ। ਬਾਬਾ ਆਦਮ ਤੀਸਰੇ ਦਿਨ ਫੇਰ ਚਲਿਆ ਗਿਆ। ਨਮਸਕਾਰ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਾਹਰ ਆ ਕੇ ਹੁਣ ਸੇਵਾ ਲੱਭਦਾ ਹੈ ਵੀ ਕਿਹੜੀ ਸੇਵਾ ਕਰਾਂ। ਉਹ ਸਮੇਂ ਰਹਿائشੀ ਕਮਰੇ ਨਹੀਂ ਸਨ, ਸਰੋਵਰ ਕੱਚਾ ਸੀ ਔਰ ਸੰਗਤਾਂ ਜਿਹੜੀਆਂ ਹੁੰਦੀਆਂ ਸੀ ਇਸੇ ਤਰ੍ਹਾਂ ਹੀ ਪਈਆਂ ਰਹਿੰਦੀਆਂ ਸੀ। ਬੜੀਆਂ ਠੰਡ ਮਹਿਸੂਸ ਕਰਦੀਆਂ ਸਨ। ਸਿਆਲ ਦੇ ਦਿਨ ਤਾਂ ਗੁਰਮੁਖ ਪਿਆਰਿਓ ਬਾਬੇ ਆਦਮ ਨੇ ਦੇਖਿਆ ਵੀ ਹੁਣ ਕਿਹੜੀ ਸੇਵਾ ਕਰੀਏ ਇੱਥੇ। ਬਾਬੇ ਆਦਮ ਨੇ ਸਰੋਵਰ ਦੇ ਆਲੇ ਦੁਆਲੇ ਧੂਣੇ ਲਾ ਦਿੱਤੇ। ਸੰਗਤਾਂ ਨੂੰ ਸੇਕਣ ਵਾਸਤੇ ਧੂਣੇ ਲਾ ਦਿੱਤੇ ਵੀ ਠੰਡ ਬੜੀ ਆ, ਠੰਡ ਮਹਿਸੂਸ ਕਰ ਰਹੇ ਨੇ ਸੰਗਤਾਂ। ਤਾਂ ਗੁਰਮੁਖ ਪਿਆਰਿਓ ਧੂਣੇ ਲਾ ਦਿੱਤੇ, ਸੰਗਤਾਂ ਸੇਕਦੀਆਂ ਨੇ, ਸਾਰੇ ਇਕੱਠੇ ਹੋ ਕੇ ਬੈਠੇ ਨੇ ਧੂਣਿਆਂ ਦੇ ਆਲੇ ਦੁਆਲੇ। ਧੰਨ ਗੁਰਸਿੱਖਾ, ਧੰਨ ਗੁਰਸਿੱਖ, ਸਾਰੇ ਬਾਬੇ ਆਦਮ ਦੇ ਗੁਣ ਗਾਉਂਦੇ ਨੇ। ਇਤਿਹਾਸ ਦੱਸਦਾ ਹੈ ਇੱਥੋਂ ਤੱਕ ਨੌਬਤ ਆ ਗਈ ਕਿ ਧੂਣੇ ਜਿਹੜੇ ਠੰਡੇ ਹੋ ਗਏ, ਭਾਵ ਕਿ ਅੱਗ ਮੱਠੀ ਹੋ ਗਈ। ਬਾਬੇ ਆਦਮ ਨੇ ਆਪਣੇ ਘਰ ਦੇ ਬੂਹੇ ਟਾਕੀਆਂ ਮੋਰੀਆਂ ਖੋਲ ਕੇ ਸਭ ਧੂਣਿਆਂ ਦੇ ਵਿੱਚ ਲਾ ਦਿੱਤੀਆਂ। ਆਖੋ ਸਤਨਾਮ। ਦਿਨ ਚੜਿਆ, ਜਿਵੇਂ ਹਾਂ ਹੁਣ ਦਿਨ ਚੜ ਗਿਆ ਨਾ, ਦਿਨ ਚੜਿਆ, ਆਸਾ ਦੀ ਵਾਰ ਦਾ ਭੋਗ ਪਿਆ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਸਿੰਘਾਂ ਨੂੰ, ਕਹਿੰਦੇ ਸਿੰਘੋ, ਕਹਿੰਦੇ ਵੀ ਰਾਤ ਠੰਡ ਬੜੀ ਸੀ, ਸੰਗਤਾਂ ਦਾ ਇਕੱਠ ਵੀ ਬੜਾ ਸੀ, ਸੰਗਤਾਂ ਨੇ ਠੰਡ ਮਹਿਸੂਸ ਕੀਤੀ ਹੋਣੀ, ਬੜੀ ਠੰਡ ਲੱਗੀ ਹੋਣੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸਿੰਘਾਂ ਨੇ, ਮਹਾਰਾਜ ਸੰਗਤਾਂ ਨੇ ਬੜੀ ਵਧੀਆ ਰਾਤ ਬਤੀਤ ਕੀਤੀ ਆ। ਕਹਿੰਦੇ ਭਾਈ ਕਿਵੇਂ? ਭਾਵੇਂ ਅੰਤਰਜਾਮੀ ਸਨ ਸਤਿਗੁਰੂ ਜੀ। ਕਹਿੰਦੇ ਮਹਾਰਾਜ ਜੀ ਇੱਕ ਬਾਬਾ ਆਦਮ ਆ, 60 ਸਾਲ ਦੀ ਉਮਰ ਆ, ਉਹਨਾਂ ਨੇ ਸੰਗਤਾਂ ਵਾਸਤੇ ਧੂਣੇ ਲਾ ਦਿੱਤੇ, ਅੱਗ ਬਾਲ ਦਿੱਤੀ ਆਲੇ ਦੁਆਲੇ ਸਰੋਵਰ ਦੇ। ਸਾਰਿਆਂ ਨੇ ਇਕੱਠੇ ਹੋ ਕੇ ਸੇਕਦੇ ਰਹੇ ਤੇ ਰਾਤ ਬਤੀਤ ਕਰ ਲਈ। ਮਹਾਰਾਜ ਜੀ ਕਹਿੰਦੇ ਹੋਰ ਸੁਣ, ਗੁਰਸਿੱਖ ਕਹਿੰਦੇ ਜੀ ਹੋਰ ਸੁਣੋ। ਮਹਾਰਾਜ ਜੀ ਕਹਿੰਦੇ ਭਾਈ ਕੀ? ਕਹਿੰਦੇ ਜੀ ਜਦੋਂ ਧੂਣੇ ਠੰਡੇ ਹੋਣ ਲੱਗੇ ਨਾ, ਅੱਗ ਬੁਝ ਗਈ, ਆਪਣੇ ਟਾਕੀਆਂ ਮੋਰੀਆਂ ਦਰਵਾਜ਼ੇ ਖੋਲ ਕੇ ਸਾਰੇ ਧੂਣਿਆਂ ਦੇ ਵਿੱਚ ਲਾ ਦਿੱਤੇ। ਆਖੋ ਸਤਨਾਮ। ਮਹਾਰਾਜ ਜੀ ਕਹਿੰਦੇ ਅੱਛਾ ਭਾਈ, ਐਸਾ ਗੁਰਸਿੱਖ ਕਿਹੜਾ ਆ ਗਿਆ ਜਿਹਨੇ ਆਪਣੇ ਟਾਕੀਆਂ ਮੋਰੀਆਂ ਖੋਲ ਕੇ ਧੂਣਿਆਂ ਵਿੱਚ ਲਾ ਦਿੱਤੇ? ਬੁਲਾਓ, ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਬੁਲਾਓ ਭਾਈ ਬਾਬੇ ਆਦਮ ਨੂੰ। ਗੁਰਸਿੱਖ ਚਲੇ ਗਏ, ਲੱਭਦੇ ਫਿਰਦੇ ਨੇ ਬਾਬੇ ਆਦਮ ਨੂੰ। ਤਾਂ ਗੁਰਮੁਖ ਪਿਆਰੇ ਨਜ਼ਰ ਆਇਆ ਸੇਵਾ ਕਰਦਾ। ਗੁਰਸਿੱਖਾਂ ਨੇ ਆਵਾਜ਼ ਦਿੱਤੀ, ਬਾਬਾ ਜੀ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੁਲਾਇਆ। ਇੱਕਦਮ ਖੁਸ਼ ਹੋ ਗਿਆ ਵੀ ਮੈਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੁਲਾਇਆ। ਕਹਿੰਦੇ ਹਾਂ ਜੀ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੁਲਾਇਆ। ਕਹਿੰਦੇ ਚਲੋ। ਤਾਂ ਗੁਰਮੁਖ ਪਿਆਰੇ ਗੁਰਸਿੱਖਾਂ ਦੇ ਨਾਲ ਚੱਲਿਆ ਤੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਕਹਿੰਦੇ ਹਾਂ ਮਹਾਰਾਜ ਜੀ ਕੀ ਹੁਕਮ ਆ? ਕਹਿੰਦੇ ਬਾਬੇ ਆਦਮ
ਤੂੰ ਸੰਗਤਾਂ ਦੀ ਕੀਤੀ ਆ ਸੇਵਾ, ਤੂੰ ਸੰਗਤਾਂ ਦੀ ਲਈ ਆ ਖੁਸ਼ੀ। ਮੰਗ ਕੀ ਮੰਗਣਾ ਹੈ, ਕੀ ਤੇਰੇ ਮਨ ਦੀ ਭਾਵਨਾ? ਮੰਗ ਕੀ ਮੰਗਣਾ ਹੈ, ਤੇਰੇ ਮਨ ਦੀ ਕੀ ਭਾਵਨਾ ਦੱਸ। ਉਹੀ ਗੱਲ ਫੇਰ ਆ ਗਈ, ਫਿਰ ਸ਼ਰਮਾ ਗਿਆ ਵੀ ਸੰਗਤਾਂ ਬੈਠੀਆਂ ਨੇ, ਕੀ ਕਹੂੰਗਾ ਵੀ 60 ਸਾਲ ਦਾ ਹੋ ਗਿਆ ਇਹ ਪੁੱਤਰ ਦੀ ਦੱਤ ਮੰਗੀ ਜਾਂਦਾ ਹਜੇ। ਮਹਾਰਾਜ ਜੀ ਜਾਣਗੇ। ਮਹਾਰਾਜ ਜੀ ਕਹਿੰਦੇ ਆਏ ਕਰੇ ਕੱਲ ਨੂੰ ਆਈ, ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਆਈ। ਆਖੋ ਸਤਨਾਮ। ਦੂਸਰੇ ਫਿਰ ਚਲੇ ਗਏ ਘਰ। ਘਰ ਵਾਲੀ ਕਹਿਣ ਲੱਗੀ, ਕਹਿੰਦੀ ਜੀ ਗੁਰੂ ਰਾਮਦਾਸ ਮਹਾਰਾਜ ਜੀ ਮਿਲੇ, ਉਹਨਾਂ ਨੂੰ ਕੋਈ ਬੇਨਤੀ ਕੀਤੀ ਹੈ ਤੁਸੀਂ ਨੇ? ਕਹਿੰਦਾ ਨਾ ਭਗਵਾਨ ਨੇ, ਮੈਂ ਤਾਂ ਸ਼ਰਮਾ ਗਿਆ, ਸੰਗ ਗਿਆ, ਮੈਥੋਂ ਬੇਨਤੀ ਨਹੀਂ ਕੀਤੀ ਗਈ। ਇਹ ਹੁਕਮ ਕੀਤਾ ਮਹਾਰਾਜ ਜੀ ਨੇ ਵੀ ਕੱਲ ਨੂੰ ਆਪਣੇ ਘਰ ਵਾਲੀ ਨੂੰ ਲੈ ਕੇ ਆਈ, ਆਪਾਂ ਕੱਲ ਨੂੰ ਚੱਲਾਂਗੇ, ਤਿਆਰ ਹੋ ਜਾਈ, ਦੋਵੇਂ ਜਣੇ ਚੱਲਾਂਗੇ। ਮੈਥੋਂ ਬੇਨਤੀ ਨਹੀਂ ਕੀਤੀ ਜਾਂਦੀ, ਤੂੰ ਕਰਦੀ ਬੇਨਤੀ। ਕਹਿੰਦੀ ਸਤ ਬਚਨ। ਤਾਂ ਗੁਰਮੁਖ ਪਿਆਰੇ ਦੂਸਰੇ ਦਿਨ ਬਾਬਾ ਆਦਮ ਤੇ ਬਾਬੇ ਆਦਮ ਦੇ ਘਰ ਵਾਲੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਅੰਮ੍ਰਿਤਸਰ ਗਏ ਤੇ ਸੰਗਤਾਂ ਬੈਠੀਆਂ ਨੇ। ਇਸ ਤਰ੍ਹਾਂ ਨਮਸਕਾਰ ਕਰਕੇ ਬਾਬਾ ਆਦਮ ਤੇ ਬਾਬੇ ਆਦਮ ਦੇ ਘਰ ਵਾਲੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਵੀ ਬੈਠ ਗਏ ਆਸਣ ਦੇ। ਤਾਂ ਸਤਿਗੁਰੂ ਜੀ ਨੇ ਨੇਤਰ ਖੋਲੇ, ਬਾਬਾ ਆਦਮ ਵੱਲ ਦੇਖਿਆ। ਕਹਿੰਦੇ ਬਾਬਾ ਆਦਮ ਜੀ ਆ ਗਏ? ਕਹਿੰਦੇ ਹਾਂ ਮਹਾਰਾਜ ਜੀ। ਮੰਗੋ ਕੀ ਮੰਗਣਾ, ਕੀ ਮਨ ਦੀ ਭਾਵਨਾ ਤੁਹਾਡੀ? ਬਾਬਾ ਆਦਮ ਤਾਂ ਨਹੀਂ ਬੋਲਿਆ। ਬਾਬੇ ਆਦਮ ਦੇ ਘਰ ਵਾਲੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੀਆਂ ਬਖਸ਼ਿਸ਼ਾਂ ਮਿਹਰਾਂ ਸਭ ਕੁਝ ਘਰ ਦੇ ਵਿੱਚ ਹੈ, ਬੜੀ ਜ਼ਮੀਨ ਜਾਇਦਾਦ ਸਭ ਕੁਝ ਹੈ, ਕੋਈ ਚੀਜ਼ ਦੀ ਘਾਟ ਨਹੀਂ, ਇੱਕ ਘਾਟ ਆ। ਮਹਾਰਾਜ ਜੀ ਕਦੇ ਕਾਦੀ ਕਦੀ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ ਦਿਓ। ਆਖੋ ਸਤਨਾਮ। ਗੁਰੂ ਰਾਮਦਾਸ ਮਹਾਰਾਜ ਜੀ ਅੰਤਰ ਧਿਆਨ ਹੋਏ, ਕਹਿਣ ਲੱਗੇ, ਜਦੋਂ 2 ਮਿੰਟ ਅੰਤਰ ਧਿਆਨ ਹੋਏ, ਨੇਤਰ ਖੁੱਲੇ, ਕਹਿੰਦੇ ਭਾਈ ਤੁਹਾਡੇ ਕਰਮਾਂ ਦੇ ਵਿੱਚ ਪੁੱਤਰ ਲਿਖੀ ਨਹੀਂ ਹੈ। ਆਖੋ ਸਤਨਾਮ। ਨਿਮਰਤਾ ਦੇ ਵਿੱਚ ਬੀਬੀ ਨੇ ਆ ਕੇ ਬਾਬੇ ਆਦਮ ਦੇ ਘਰ ਵਾਲੀ ਨੇ ਪੱਲਾ ਅੜ ਕੇ ਕਿਹਾ, ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੁਝ ਹੈ, ਤੇਰੇ ਘਰ ਦੇ ਵਿੱਚ ਸਾਰਾ ਕੁਝ ਹੈ। ਜੇ ਉੱਥੇ ਹੀ ਲਿਖਿਆ ਉੱਥੇ ਨਹੀਂ ਕਿਰਪਾ ਕੀਤੀ ਤੇ ਹੁਣ ਮਿਹਰ ਕਰ ਦਿਓ, ਹੁਣ ਬਖਸ਼ ਕਰ ਦਿਓ। ਤਾਂ ਗੁਰਮੁਖ ਪਿਆਰਿਓ ਨਿਮਰਤਾ ਸਰਦਾ ਭਾਵਨਾ ਦੇਖ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਨੇਤਰ ਬੰਦ ਕੀਤੇ। ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਲਓ ਭਾਈ ਤੁਹਾਡੇ ਕਰਮਾਂ ਵਿੱਚ ਤਾਂ ਨਹੀਂ ਹੈ ਸੀ ਪੁੱਤਰ। ਜਿਹੜੇ ਪੁੱਤਰ ਨੇ ਸਾਡੇ ਘਰ ਦੇ ਵਿੱਚ ਜਨਮ ਲੈਣਾ ਸੀ ਉਹ ਸਾਡੇ ਘਰ ਦੇ ਵਿੱਚ ਨਹੀਂ ਲਏਗਾ, ਉਹ ਤੁਹਾਡੇ ਘਰ ਦੇ ਵਿੱਚ ਜਨਮ ਲਏਗਾ। ਆਖੋ ਸਤਨਾਮ। 3 ਪੁੱਤਰਾਂ ਨੇ ਮਹਾਰਾਜ ਜੀ ਕਹਿੰਦੇ ਸਾਡੇ ਘਰ ਦੇ ਵਿੱਚ ਜਨਮ ਲਿਆ ਹੋਇਆ, ਜਿਹੜਾ ਚੌਥਾ ਸਾਡੇ ਘਰ 'ਚ ਆਉਣਾ ਸੀ ਉਹ ਹੁਣ ਸਾਡੇ ਘਰ 'ਚ ਨਹੀਂ ਆਊਗਾ, ਉਹ ਹੁਣ ਤੁਹਾਡੇ ਘਰ ਦੇ ਵਿੱਚ ਜਨਮ ਲਏਗਾ। ਮਹਾਰਾਜ ਜੀ ਨੇ ਨਾਲ ਦੀ ਨਾਲ ਵਚਨ ਕਰ ਦਿੱਤਾ, ਕਹਿੰਦੇ ਉਸ ਦਾ ਨਾਮ ਤੁਸੀਂ ਭਾਈ ਭਗਤੂ ਰੱਖ ਦਿਓ। ਆਖੋ ਸਤਨਾਮ। ਨਾਲ ਦੀ ਨਾਲ ਨਾਮ ਵੀ ਰੱਖਤਾ ਮਹਾਰਾਜ ਜੀ ਨੇ, ਪਹਿਲੀ ਵਚਨ ਕਰ ਦਿੱਤਾ। ਫਿਰ ਸਮਾਂ ਪਿਆ, ਗੁਰਮੁਖ ਪਿਆਰਿਓ ਘਰ ਦੇ ਵਿੱਚ ਪੁੱਤਰ ਹੋਇਆ, ਭਾਈ ਭਗਤੂ ਨਾਮ ਰੱਖਿਆ। ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦਾ ਸ਼ੁਕਰਾਨਾ ਕੀਤਾ, ਧੰਨਵਾਦ ਕੀਤਾ। ਬੜਾ ਲੰਮਾ ਇਤਿਹਾਸ ਅੱਗੇ ਗੁਰਮੁਖ ਪਿਆਰਿਓ। ਭਾਈ ਭਗਤੂ ਬੜੀ ਕਮਾਈ ਦਾ ਮਾਲਕ ਹੋਇਆ। ਭਾਈ ਭਗਤੂ ਦੇ ਫਿਰ ਅੱਗੇ ਗਾਹਾਂ 2 ਪੁੱਤਰ ਹੋਏ ਨੇ, ਜੀਵਨ ਤੇ ਗੌਰਾ। ਇਹ ਵੀ ਬੜੇ ਕਮਾਈ ਦੇ ਮਾਲਕ ਹੋਏ ਨੇ, ਨਾਮ ਦੇ ਜਪਣ ਵਾਲੇ ਹੋਏ ਨੇ। ਸੋ ਇਸ ਕਰਕੇ ਗੁਰੂ ਦੀ ਸੇਵਾ ਕਰਕੇ, ਸਿਮਰਨ ਕਰਕੇ ਗੁਰੂ ਘਰ ਚੋਂ ਸਭ ਕੁਝ ਮਿਲਦਾ ਹੈ। ਆਖੋ ਸਤਨਾਮ। ਗੁਰੂ ਘਰ ਚੋਂ ਸਭ ਕੁਝ ਮਿਲਦਾ ਹੈ ਤੇ ਸਤਿਗੁਰੂ ਮਹਾਰਾਜ ਜੀ ਭਾਵਨਾ ਪੂਰੀਆਂ ਕਰਦੇ ਨੇ। ਬੰਦੇ ਦੇ ਹੱਥ ਵਿੱਚ ਕੁਝ ਨਹੀਂ ਹੈ, ਸਭ ਕੁਝ ਉਹ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹੈ। ਜੇ ਬੰਦੇ ਦੇ ਹੱਥ ਵਿੱਚ ਹੋਵੇ, ਇਹ ਕਿਤੇ ਟਿਕਟ ਦੇ ਕਿਸੇ ਨੂੰ, ਬੰਦੇ ਦੇ ਹੱਥ ਵਿੱਚ ਨਹੀਂ ਹੈ,
ਉਹ ਸਾਰਾ ਕੁਝ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹੈ। ਸੋ ਆਓ ਇੰਨਾ ਕੁ ਸਮਾਂ ਕਰਿਓ ਪ੍ਰਵਾਨ। ਗੁਰਬਾਣੀ ਪੜ੍ਹਦੇ ਆ, ਗੁਰ ਧਿਆਲ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸਤਿਗੁਰੂ ਮਹਾਰਾਜ ਜੀ ਬਖਸ਼ਣਹਾਰ ਹਨ। ਅੱਗੋਂ ਬਾਤ ਸਿਰ ਤੇ ਮੇਰਾ ਹੱਥ ਰੱਖ ਕੇ ਸੁੱਧ ਸਪੱਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਜੋ ਅੱਜ ਦੋ ਪਰਿਵਾਰਾਂ ਵੱਲੋਂ ਦੇਖਦੀਆਂ ਸੇਵਾਵਾਂ ਹਾਜ਼ਰ ਨੇ। ਸਰਦਾਰ ਪਰਵਿੰਦਰ ਸਿੰਘ ਜੀ ਪੁੱਤਰ ਸਰਦਾਰ ਨਰਮਲ ਸਿੰਘ ਜੀ, ਇਹਨਾਂ ਪਰਿਵਾਰ ਵੱਲੋਂ ਦੇਗ ਦੀ ਸੇਵਾ ਹਾਜ਼ਰ। ਔਰ ਜਨਮ ਦਿਨ ਬੱਚੀਆਂ ਨਾਮ ਜੰਨਤ ਅਤੇ ਜੈਜਮੀਨ ਕੌਰ, ਸੁਪੁੱਤਰੀਆਂ ਪਰਮਿੰਦਰ ਸਿੰਘ ਜੀ, ਪੋਤਰੀਆਂ ਸਰਦਾਰ ਸੁਰਿੰਦਰ ਸਿੰਘ ਜੀ ਜੋ ਆਪਣੇ ਗੁਰੂ ਘਰ ਦੇ ਪ੍ਰਧਾਨ ਸਾਹਿਬ ਨੇ। ਇਹਨਾਂ ਪਰਿਵਾਰ ਵੱਲੋਂ ਦੇਗ ਦੀ ਸੇਵਾ ਹੈ। ਆਓ ਹੁਣ ਆਪਾਂ ਸ਼ਲੋਕ ਦੇ ਵਿੱਚ ਬੋਲੀਏ। ਅਰਦਾਸ ਹੁਕਮਨਾਮਾ ਸਾਹਿਬ ਕੜਾ ਪ੍ਰਸਾਦ ਦੀਆਂ ਦੇਗਾਂ ਲੈ ਕਰਕੇ ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੇ ਨੇ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਬਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਸੁਟੇ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਸੁਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।